ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਵੇਲੇ ਸੁਖਮਨੀ ਸਾਹਿਬ ਪਾਵਨ ਬਾਣੀ ਦੀ ਸੰਥਿਆ ਅਰਥਾਂ ਸਮੇਤ ਆਪ ਜੀ ਸ਼ਰਵਣ ਕਰਨ ਲਈ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਬੈਠੇ ਹੋ। ਬੜੀਆਂ ਰਹਿਮਤਾਂ ਗੁਰੂ ਸਾਹਿਬ ਜੀ ਦੀਆਂ ਹਨ ਆਪ ਜੀ ਦੇ ਉੱਪਰ। ਅੱਜ ਗੁਰੂ ਸਾਹਿਬ ਦੀਆਂ ਰਹਿਮਤਾਂ ਦੇ ਨਾਲ ਆਪਾਂ ਜੋ ਅੱਗੇ ਅਗਲੀ ਵਿਚਾਰ ਹੈ ਉਹ ਆਪਾਂ ਕਰਾਂਗੇ, ਉਹ ਆਪਾਂ ਕਰਨੀ ਹੈ। ਸੋ ਸਤਿਗੁਰੂ ਰਹਿਮਤ ਕਰਨ, ਆਪ ਜੀ ਨੇ ਥੋੜੀ ਜੋ ਇਕਾਗਰਤਾ ਹੈ ਉਹ ਰੱਖਣੀ, ਕਿਉਂਕਿ 18 ਅਸ਼ਟਪਦੀਆਂ ਦੀ ਵਿਚਾਰ ਅਰਥਾਂ ਸਮੇਤ ਆਪਾਂ ਕਰ ਚੁੱਕੇ ਹਾਂ। ਅੱਜ ਜੋ 19ਵੀਂ ਅਸ਼ਟਪਦੀ ਹੈ ਉਹ ਸ਼ਲੋਕ ਦੇ ਸਮੇਤ ਸ਼ਲੋਕ ਤੋਂ ਆਰੰਭ ਕਰਕੇ ਆਪਾਂ ਅੱਜ ਉਹਦੀ ਵਿਚਾਰ ਜੋ ਹੈ ਉਹ ਕਰਾਂਗੇ। ਸੋ ਸਾਰੇ ਆਪ ਜੀ, ਇੱਕ ਬੇਨਤੀ ਹੈ ਮੇਰੇ ਵੱਲੋਂ ਕਿ ਆਰੰਭਤਾ ਤੋਂ ਪਹਿਲਾਂ ਆਪ ਜੀ ਗੁਰੂ ਫਤਿਹ ਦੀ ਜੋ ਸਾਂਝ ਹੈ ਉਹ ਬੜੇ ਪਿਆਰ ਨਾਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲਾਂ ਅਸ਼ਟਪਦੀ ਤੋਂ ਗੁਰੂ ਸਾਹਿਬ ਜੀ ਨੇ ਸ਼ਲੋਕ ਬਖਸ਼ਿਆ, ਜਿਹੜੇ ਸ਼ਲੋਕ ਦੇ ਅੰਦਰ ਜੋ ਵੀ ਅਰਥ ਨੇ ਪੌੜੀ ਉਸੇ ਅਨੁਸਾਰ ਹੀ ਵਾਹਿਗੁਰੂ ਅਸ਼ਟਪਦੀ ਉਸੇ ਅਨੁਸਾਰ ਹੀ ਗੁਰੂ ਸਾਹਿਬ ਜੀ ਨੇ ਉਚਾਰੀ ਹੈ। ਸ਼ਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ। ਗੁਰੂ ਸਾਹਿਬ ਨੇ ਆਖਿਆ ਕਿ ਸਾਥ ਨਾ ਚਾਲੈ ਬਿਨ ਭਜਨ, ਭਜਨ ਤੋਂ ਬਿਨਾਂ, ਪਰਮਾਤਮਾ ਦੇ ਸਿਮਰਨ ਤੋਂ, ਉਹਦੀ ਬੰਦਗੀ ਤੋਂ ਬਿਨਾਂ ਸਾਥ ਨਾ ਚਾਲੈ, ਕੁਛ ਵੀ ਜਿਹੜਾ ਉਹ ਇਨਸਾਨ ਦੇ ਨਾਲ ਨਹੀਂ ਜਾਂਦਾ। ਜੋ ਕੁਝ ਵੀ ਇਨਸਾਨ ਕਮਾਉਂਦਾ ਹੈ ਨਾ ਉਹ ਇੱਥੇ ਹੀ ਰਹਿ ਜਾਂਦਾ ਹੈ, ਉਹ ਕਿਤੇ ਵੀ ਕਿਸੇ ਪਾਸੇ ਵੀ ਉਹਦੇ ਨਾਲ ਨਹੀਂ ਜਾਂਦਾ। ਵਿਖਿਆ ਸਗਲੀ ਛਾਰ, ਜੋ ਵੀ ਇਕੱਠਾ ਕਰ ਲਿਆ ਨਾ ਉਹਨੇ, ਜੋ ਅਸੀਂ ਆਪਣੇ ਜੀਵਨ ਦੇ ਅੰਦਰ ਇਕੱਠਾ ਕਰਦੇ ਹਾਂ, ਭਾਵੇਂ ਉਹ ਧਨ ਦੌਲਤ ਹੈ, ਕਾਰੋਬਾਰ ਜੋ ਕੁਝ ਵੀ ਹੈ, ਜਿਹਨੂੰ ਅਸੀਂ ਆਪਣੀ ਜੀਵਨ ਆਪਣੀ ਜ਼ਿੰਦਗੀ ਦੇ ਅੰਦਰ ਸਮਝ ਲੈਂਦੇ ਹਾਂ, ਉਹ ਸਭ ਕੁਝ ਸਾਡਾ ਹੈ। ਅੱਜ ਗੁਰੂ ਸਾਹਿਬ ਨੇ ਆਖਿਆ ਕਿ ਅਖੀਰਲੇ ਸਮੇਂ ਤੇ ਪਰਮਾਤਮਾ ਦੇ ਭਜਨ ਤੋਂ ਬਿਨਾਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ, ਤੇ ਬਾਕੀ ਜੋ ਕੁਝ ਵੀ ਉਹ ਸ਼ਾਰ ਉਹ ਸਵਾਹ ਬਣ ਜਾਣੀ ਹੈ ਤੇਰੇ ਵਾਸਤੇ, ਤੇ ਨਾਮ ਤੋਂ ਬਿਨਾਂ ਕੁਝ ਵੀ ਤੇਰੇ ਨਾਲ ਨਹੀਂ ਜਾਏਗਾ। ਜਦੋਂ ਆਪਾਂ ਸੁਖਮਨੀ ਸਾਹਿਬ ਵੀ ਪੜ੍ਹਦੇ ਹਾਂ ਨਾ, ਇਸੇ ਬਾਣੀ ਵਿੱਚ ਪਹਿਲਾਂ ਆਪਾਂ ਵਿਚਾਰ ਚੁੱਕੇ ਹਾਂ, ਉੱਥੇ ਵੀ ਗੁਰੂ ਸਾਹਿਬ ਨੇ ਇਹੀ ਸਮਝਾਇਆ ਜਦੋਂ ਆਖਿਆ ਨਾ ਕਿ ਭਾਈ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਉੱਥੇ ਵੀ ਪਰਮਾਤਮਾ ਦਾ ਨਾਮ ਤੇਰੇ ਨਾਲ ਹੋਏਗਾ, ਤੋਸਾ ਬਣ ਕੇ ਹੋਏਗਾ। ਜਿਹ ਪੈਂਡਾ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਿਸ ਰਸਤੇ ਤੇ ਤੂੰ ਜਾਣਾ ਹੈ ਮੌਤ ਤੋਂ ਬਾਅਦ, ਉਸ ਰਸਤੇ ਤੇ ਬੜਾ ਹਨੇਰਾ ਹੈ ਤੇ ਉੱਥੇ ਚਾਨਣ ਦੀਵਿਆਂ ਨੇ ਨਹੀਂ ਕਰਨਾ। ਜੇ ਤੇਰੇ ਕੋਲ ਪਰਮਾਤਮਾ ਦਾ ਨਾਮ ਹੈ ਤੇ ਉਹ ਤੇਰੇ ਨਾਲ ਚਾਨਣ ਬਣ ਕੇ ਜਾਏਗਾ। ਜਿਹ ਪੈਂਡਾ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਣੋ, ਜਿਸ ਰਸਤੇ ਤੇ ਤੇਰਾ ਕੋਈ ਜਾਣ ਪਛਾਣ ਵਾਲਾ ਵੀ ਨਹੀਂ, ਹਰ ਕਾ ਨਾਮ ਤੇਰੇ ਨਾਲ ਪਛਾਣੋ। ਉੱਥੇ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਜੇ ਤੇਰੇ ਕੋਲ ਹੈ ਤੇ ਉਹ ਤੇਰੀ ਪਛਾਣ ਬਣ ਕੇ ਨਾਲ ਚੱਲੇਗਾ। ਹੋਰ ਕਿਸੇ ਨੇ, ਵੇਖੋ ਇਹ ਸਾਨੂੰ ਸਮਝਣਾ ਪਏਗਾ ਕਿ ਜਿੱਥੇ ਸਰੀਰ ਵੀ ਸਾਡਾ ਨਾਲ ਨਹੀਂ ਜਾਣਾ, ਗੁਰੂ ਸਾਹਿਬ ਨੇ ਕਿਹਾ ਉੱਥੇ ਸਿਰਫ ਪਰਮਾਤਮਾ ਦਾ ਨਾਮ। ਸਾਥ ਨਾ ਚਾਲੈ ਬਿਨ ਭਜਨ, ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਕੁਝ ਵੀ ਨਹੀਂ ਜਾਣਾ। ਵਿਖਿਆ ਸਗਲੀ ਸ਼ਾਰ, ਬਾਕੀ ਸਭ ਜੋ ਹੈ ਉਹ ਵਿਸ਼ੇ ਵਿਕਾਰ, ਉਹ ਸਭ ਸ਼ਾਰ ਸਵਾਹ ਬਣ ਕੇ ਇੱਥੇ ਰਹਿ ਜਾਣੇ। ਹਰ ਹਰ ਨਾਮ ਕਮਾਵਨਾ, ਗੁਰੂ ਸਾਹਿਬ ਨੇ ਆਖਿਆ ਫਿਰ ਭਾਈ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਜਿਹੜੀ ਪਰਮਾਤਮਾ ਦੀ ਬੰਦਗੀ ਹੈ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਕਹਿੰਦੇ ਪਰਮਾਤਮਾ ਦੇ, ਵਾਹਿਗੁਰੂ ਦੇ, ਅਕਾਲ ਪੁਰਖ ਦੇ ਨਾਮ ਦੀ ਸਿਮਰਨ ਦੀ ਕਮਾਈ ਹੀ ਸਭ ਤੋਂ ਚੰਗਾ ਜਿਹੜਾ ਉਹ ਧਨ ਹੈ। ਇਹੀ ਤੇਰੇ ਨਾਲ ਨਿਭੇਗਾ, ਹੋਰ ਕਿਸੇ ਨੇ ਨਹੀਂ ਨਿਭਣਾ। ਵੇਖੋ ਸ਼ਲੋਕ ਦੇ ਅੰਦਰ ਗੱਲ ਕੀਤੀ ਗਈ ਹੈ ਵੀ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਭਜਨ ਤੇਰੇ ਨਾਲ ਜਾਏਗਾ, ਹੋਰ ਕੁਝ ਵੀ ਨਹੀਂ। ਤੇ ਇਹ ਧਿਆਨ ਰੱਖਿਓ, ਪੂਰੀ ਅਸ਼ਟਪਦੀ ਦੇ ਅੰਦਰ ਜੋ ਵੀ ਗੁਰੂ ਸਾਹਿਬ ਉਚਾਰਨਗੇ ਇਸੇ ਸ਼ਲੋਕ ਦੇ ਆਲੇ ਦੁਆਲੇ ਹੀ ਉਹ ਘੁੰਮਦਾ ਰਹੇਗਾ। ਇਹ ਮੇਨ
ਤਤ ਗੁਰੂ ਸਾਹਿਬ ਨੇ ਸ਼ਲੋਕ ਵੀ ਦਿੱਤਾ। ਹੁਣ ਅਸ਼ਟਪਦੀ ਆਪਾਂ ਵਿਚਾਰਦੇ ਹਾਂ। ਸੰਤ ਜਨਾ ਮਿਲ ਕਰੋ ਵਿਚਾਰ, ਕਹਿੰਦੇ ਉਹ ਜਿਹੜਾ ਨਾਮ ਹੈ ਨਾ, ਜਿਹੜਾ ਤੇਰੇ ਨਾਲ ਜਾਣਾ ਹੈ, ਸੰਤ ਜਨਾ ਮਿਲ। ਸੰਤ ਜਨਾ ਇਹ ਬਹੁਵਚਨ ਹੈ। ਸੰਤ ਜਨਾਂ ਦੇ ਨਾਲ, ਬੰਦਗੀ ਕਰਨ ਵਾਲਿਆਂ ਦੇ ਨਾਲ ਮਿਲ ਕੇ ਕਰੋ ਵਿਚਾਰ। ਵਿਚਾਰ ਕਰ ਉਸ ਪਰਮਾਤਮਾ ਦੇ ਨਾਮ ਦੀ, ਕੋਈ ਹੋਰ ਵਿਚਾਰ ਨਹੀਂ। ਸਾਡੇ ਕੰਨਾਂ ਨੂੰ ਨਾ ਚੁਗਲੀ ਬੜੀ ਚੰਗੀ ਲੱਗਦੀ ਹੈ, ਨਿੰਦਿਆ ਬੜੀ ਚੰਗੀ ਲੱਗਦੀ, ਕਿਸੇ ਦੇ ਪਰਥਾਏ ਮਾੜਾ ਕਹਿਣਾ ਬੜਾ ਚੰਗਾ ਲੱਗਦਾ ਹੈ। ਇਹਨਾਂ ਕੰਨਾਂ ਨੂੰ ਕਦੇ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਚੰਗਾ ਨਹੀਂ ਲੱਗਦਾ, ਪਰ ਇਹ ਕਰਨਾ ਪਏਗਾ। ਗੁਰੂ ਸਾਹਿਬ ਕਹਿੰਦੇ ਜਿਹਨੇ ਨਾਲ ਜਾਣਾ ਹੈ ਨਾ, ਸੁਣ ਫਿਰ ਉਹ ਨਾਮ ਸੰਤ ਜਨਾ ਮਿਲ ਕਰੋ ਵਿਚਾਰ। ਸੰਤ ਜਨਾਂ ਦੇ ਨਾਲ ਮਿਲ ਕੇ ਪ੍ਰਮਾਤਮਾ ਦੇ ਉਸ ਨਾਮ ਦੀ ਵਿਚਾਰ ਕਰ। ਏਕ ਸਿਮਰ ਨਾਮ ਆਧਾਰ, ਐੜੇ ਨੂੰ ਵੀ ਕਰਨਾ ਹੈ, ਧੱਦੇ ਨੂੰ ਵੀ ਕਰਨਾ ਹੈ। ਦੇਖੋ ਧਿਆਨ ਦਾ, ਸਕਰੀਨ ਸ਼ੇਅਰ ਜਿਹੜੀ ਕੀਤੀ ਉਹਨੂੰ ਥੋੜਾ ਜ਼ੂਮ ਕਰ ਲਓ। ਏਕ ਸਿਮਰ ਨਾਮ ਆਧਾਰ, ਕਹਿੰਦੇ ਇੱਕੋ ਪਰਮਾਤਮਾ ਨੂੰ ਸਿਮਰ, ਤੇ ਜਿਹੜਾ ਨਾਮ ਹੈ ਨਾ, ਪਰਮਾਤਮਾ ਦਾ ਨਾਮ, ਉਹੀ ਤੇਰਾ ਆਧਾਰ ਹੈ। ਪਰਮਾਤਮਾ ਦਾ ਨਾਮ ਹੀ ਤੇਰਾ ਆਸਰਾ ਬਣੇਗਾ, ਹੋਰ ਕੋਈ ਆਸਰਾ ਨਹੀਂ ਬਣੇਗਾ, ਕੁਝ ਵੀ ਨਹੀਂ। ਅਵਰ ਉਪਾਵ ਸਭ ਮੀਤ ਵਿਸਾਰਹੁ, ਕਹਿੰਦੇ ਹੋਰ ਜਿੰਨੇ ਵੀ, ਵੇਖੋ ਅਵਰ ਉਪਾਵ ਸਭ ਮੀਤ। ਮੀਤ ਜਿਹੜਾ ਨਾ ਇੱਥੇ ਸੰਬੋਧਨ ਹੈ, ਮੀਤ ਦਾ ਅਰਥ ਹੈ ਮਿੱਤਰ। ਗੁਰੂ ਸਾਹਿਬ ਕਹਿੰਦੇ ਕਿ ਇਹ ਮਿੱਤਰ, ਹੋਰ ਜਿੰਨੇ ਵੀ ਉਪਾਅ, ਜਿੰਨੇ ਵੀ ਯਤਨ ਤੂੰ ਕਰਦਾ ਹੈ ਨਾ, ਉਹਨੂੰ ਆਪਣੀ ਜ਼ਿੰਦਗੀ ਦੇ ਅੰਦਰੋਂ, ਆਪਣੇ ਜੀਵਨ ਦੇ ਵਿੱਚੋਂ ਕਹਿੰਦੇ ਬਾਹਰ ਕੱਢ ਦੇ। ਇਹ ਮੀਤ, ਇਹ ਮੇਰੇ ਮਿੱਤਰ, ਉਹਨਾਂ ਨੂੰ ਵਿਸਾਰ ਦੇ, ਉਹਨਾਂ ਨੂੰ ਛੱਡ ਦੇ। ਵਿਸਾਰ ਦਾ ਅਰਥ ਵੈਸੇ ਹੁੰਦਾ ਭੁਲਾ ਦੇ ਉਹਨਾਂ ਨੂੰ। ਹੋਰ ਜਿੰਨੇ ਵੀ ਤੂੰ ਉਪਾਅ ਕਰ ਰਿਹਾ, ਯਤਨ ਕਰ ਰਿਹਾ, ਕੰਮ ਜੋ ਵੀ ਕਰ ਰਿਹਾ, ਚਰਨ ਕਮਲ ਰਿਦਮੈ ਉਰ ਧਾਰੋ, ਕਹਿੰਦੇ ਫਿਰ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਚਰਨ ਕਮਲਾਂ ਨੂੰ ਟਿਕਾ ਲੈ। ਪਰਮਾਤਮਾ ਦੇ ਚਰਨ ਕਮਲ ਵੀ ਪਰਮਾਤਮਾ ਦੀ ਬੰਦਗੀ ਹੈ ਨਾ, ਹੋਰ ਨਹੀਂ ਕੁਛ ਵੀ। ਚਰਨ ਕਮਲ ਰਿਦਮੈ ਉਰ ਧਾਰੋ, ਆਪਣੇ ਹਿਰਦੇ ਦੇ ਅੰਦਰ ਉਸ ਪਰਮਾਤਮਾ ਦੇ ਚਰਨ ਕਮਲਾਂ ਦਾ ਧਿਆਨ ਨਹੀਂ ਧਾਰ। ਕਹਿੰਦੇ ਕਰਨ ਕਾਰਨ ਸੋ ਪ੍ਰਭ ਸਮਰੱਥ, ਉਹ ਜਿਹੜਾ ਪ੍ਰਭੂ ਹੈ ਨਾ, ਪਰਮਾਤਮਾ, ਉਹ ਸਮਰੱਥ ਹੈ। ਸਮਰੱਥ ਸਰਬ ਕਲਾ ਸਮਰੱਥ ਹੈ। ਤੇ ਕਰਨ ਕਾਰਨ, ਵੇਖੋ ਕਰਨ ਤੇ ਕਾਰਨ ਦੋ ਸ਼ਬਦ ਨੇ, ਇਹਨੂੰ ਧਿਆਨ ਨਾਲ ਸਮਝਿਓ। ਕਰਨ ਉਹ ਸਭ ਕੁਝ ਕਰਨ ਵਾਲਾ ਹੈ, ਕਾਰਨ ਜੋ ਹੋ ਰਿਹਾ ਹੈ ਉਸ ਸਭ ਦਾ ਕਾਰਨ ਵੀ ਪਰਮਾਤਮਾ ਆਪ ਹੈ। ਉਹ ਕਰਨ ਕਾਰਨ ਹੈ। ਕਰਨ ਕਾਰਨ ਸੋ ਪ੍ਰਭ ਸਮਰੱਥ, ਉਹ ਪਰਮਾਤਮਾ ਸਮਰੱਥ ਹੈ, ਸਭ ਕੁਝ ਕਰਨ ਵਾਲਾ। ਦ੍ਰਿੜ ਕਰ ਗਹੋ, ਵੇਖੋ ਗਹ ਹੋ ਦੋ ਹਾਹੇ ਆ, ਗਹੋ ਨਹੀਂ ਕਹਿਣਾ ਇਹਨੂੰ, ਕਿਉਂਕਿ ਜੇ ਗਹੋ ਕਵਾਂਗੇ ਤੇ ਇੱਕ ਹਾਹਾ ਬਣੇਗਾ। ਦ੍ਰਿੜ ਕਰ ਗਹੋ ਨਾਮ ਹਰ ਵਥ, ਕਹਿੰਦੇ ਵਥ, ਵਥ ਦਾ ਅਰਥ ਹੁੰਦਾ ਹੈ ਵਸਤੂ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕੋਈ ਚੀਜ਼, ਕੋਈ ਵਸਤੂ। ਦ੍ਰਿੜ ਕਰ ਗਹੋ, ਉਸ ਪ੍ਰਭੂ ਦਾ ਜਿਹੜਾ ਨਾਮ ਹੈ ਨਾ, ਕਹਿੰਦੇ ਉਹ ਬੜਾ ਸੋਹਣਾ ਹੈ ਪਦਾਰਥ, ਉਹਨੂੰ ਸਾਂਭ ਲੈ। ਉਹ ਪਦਾਰਥ ਜਿਹੜਾ ਹੈ ਨਾ, ਪ੍ਰਭੂ ਦੇ ਨਾਮ ਦਾ, ਜਿਹੜੀ ਵਸਤ ਹੈ, ਜਿਹੜਾ ਪਦਾਰਥ ਹੈ, ਉਹਨੂੰ ਆਪਣੇ ਹਿਰਦੇ ਦੇ ਅੰਦਰ ਪੱਕਾ ਕਰ ਲੈ। ਗਹੋ, ਗਹੋ ਜਿਹੜਾ ਹੈ ਨਾ, ਉਹਦਾ ਵੈਸੇ ਸ਼ਾਬਦਿਕ ਅਰਥ ਬਣਦਾ ਹੈ ਪਕੜ ਲੈਣਾ, ਫੜ ਲੈਣਾ, ਗਹੋ ਉਹਦਾ। ਗੁਰੂ ਸਾਹਿਬ ਨੇ ਆਖਿਆ ਦ੍ਰਿੜ ਕਰ ਗਹੋ ਨਾਮ ਹਰ ਵਥ। ਫਿਰ ਅੱਗੇ ਨਾਲ ਕਿਹਾ, ਕਹਿੰਦੇ ਇਹੋ ਧਨ ਸੰਚੋ ਹੋ ਉਹ ਭਗਵੰਤ, ਕਹਿੰਦੇ ਤੂੰ ਬੜਾ ਕੁਝ ਸੰਚ ਰਿਹਾ। ਸੰਚ ਦਾ ਅਰਥ ਹੈ ਇਕੱਠਾ ਕਰਨਾ। ਸੰਚ ਦਾ ਭਾਵ ਹੈ ਅਸੀਂ ਜੋ ਜੋੜਦੇ ਹਾਂ ਨਾ, ਉਹਨੂੰ ਸੰਚਨਾ ਕਹਿੰਦੇ ਆ। ਪਰ ਇੱਥੇ ਕਹਿੰਦੇ ਬਾਕੀ ਕੁਝ ਨਹੀਂ ਜੋੜ, ਬਾਕੀ ਕੁਝ ਨਾ ਸੰਚ, ਇਹ ਧਨ ਸੰਚੋ। ਪਰਮਾਤਮਾ ਦਾ ਨਾਮ ਜਿਹੜਾ ਧਨ ਹੈ ਨਾ, ਉਹਨੂੰ ਸੰਚ, ਉਹਨੂੰ ਇਕੱਠਾ ਕਰ। ਫਿਰ ਕੀ ਹੋਏਗਾ? ਕਹਿੰਦੇ ਹੋ ਵਾਹੋ ਭਗਵੰਤ, ਸੱਚੇ ਪਾਤਸ਼ਾਹ ਨੇ ਆਖਿਆ ਫਿਰ ਤੂੰ ਭਾਗਾਂ ਵਾਲਾ ਬਣ ਜਾਏਗਾ। ਤੇਰੇ ਭਾਗ, ਜੇ ਅਸੀਂ ਕਹਿੰਦੇ ਨਾ ਕਿ ਭਾਗ ਭਲੇ ਕਿਵੇਂ ਹੋਣਗੇ, ਭਾਗ ਚੰਗੇ ਕਿਵੇਂ ਹੋਣਗੇ, ਅੱਜ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ ਦ੍ਰਿੜ ਕਰ ਗਹੋ ਨਾਮ ਹਰ ਵਥ। ਫਿਰ ਕਹਿੰਦੇ ਇਹ ਧਨ ਸੰਚੋ, ਇਹ ਧਨ ਕਿਹੜਾ, ਜਿਹੜਾ ਸਾਥ ਕੱਲਾ ਜਾਣਾ ਹੈ, ਹੋਰ ਕੋਈ ਧਨ ਨਹੀਂ। ਇਹ ਧਨ ਸੰਚੋ ਹੋਵੋ ਭਗਵੰਤ, ਤੇ ਧਨ ਸੰਚ ਇਕੱਠਾ ਕਰ ਤੇ ਭਾਗਾਂ ਵਾਲਾ ਬਣ, ਭਗਵੰਤ ਬਣ ਜਾ। ਕਹਿੰਦੇ ਫਿਰ ਕੀ ਹੋਏਗਾ? ਫਿਰ ਗੁਰੂ ਸਾਹਿਬ ਨੇ ਆਖਿਆ ਸੰਤ ਜਨਾ ਕਾ ਨਿਰਮਲ ਮੰਤ, ਸੰਤ ਜਨਾ ਕਾ ਨਿਰਮਲ ਮੰਤ। ਕਹਿਣ ਦਾ ਭਾਵ ਹੈ, ਵਾਹਿਗੁਰੂ, ਇੱਕ ਮਿੰਟ 'ਚ ਮੈਂ ਸਕਰੀਨ ਸ਼ੇਅਰ ਕਰ ਰਿਹਾ, ਕੁਝ ਪ੍ਰੋਬਲਮ ਆਈ ਸੀ। ਵਾਹਿਗੁਰੂ,
ਵਾਹਿਗੁਰੂ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਭਾਈ ਪਰਮਾਤਮਾ ਦਾ ਇਹ ਜਿਹੜਾ ਨਾਮ ਹੈ ਨਾ, ਇਹਨੂੰ ਇਕੱਠਾ ਕਰ, ਇਹ ਧਨ ਸੰਚੋ ਹੋਵੋ ਭਗਵੰਤ। ਤੇ ਫਿਰ ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਸੰਤ ਜਨਾ ਕਾ ਨਿਰਮਲ ਮੰਤ। ਸੰਤ ਜਨਾ ਕਾ, ਸੰਤ ਜਨ ਜਿਹੜੇ ਨੇ ਨਾ, ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਹਨ, ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਵਾਲੇ ਹਨ, ਇਹੀ ਕਹਿੰਦੇ ਉਹਨਾਂ ਦਾ ਪਵਿੱਤਰ ਉਪਦੇਸ਼ ਹੈ। ਨਿਰਮਲ ਮੰਤ, ਮੰਤ ਜਿਹੜਾ ਹੈ ਨਾ, ਮੰਤ ਦਾ ਅਰਥ ਹੈ ਮੰਤਰ। ਅਸਲ ਵਿੱਚ ਮੰਤ ਦਾ ਅਰਥ ਹੈ ਮੰਤਰ। ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਮੰਤ ਦਾ ਅਰਥ ਮੰਤਰ ਹੈ, ਪਰ ਇੱਥੇ ਮੰਤ ਸ਼ਬਦ ਜਿਹੜਾ ਉਹਨੂੰ ਉਪਦੇਸ਼ ਦੇ ਵਾਸਤੇ ਵਰਤਿਆ ਗਿਆ ਹੈ, ਕਿ ਇਹੀ ਸੰਤ ਜਨਾਂ ਦਾ ਉਪਦੇਸ਼ ਹੈ। ਕਿਹੜਾ ਹੈ? ਕਿ ਭਾਈ ਏਕ ਆਸ ਰੱਖੋ ਮਨ ਮਾਹੇ। ਏਕ ਆਸ ਕਿਹਦੀ? ਪ੍ਰਮਾਤਮਾ ਦੀ। ਆਪਣੇ ਮਨ ਦੇ ਅੰਦਰ ਕਹਿੰਦੇ ਇੱਕੋ ਆਸ ਰੱਖ, ਉਹ ਆਸ ਹੈ ਪ੍ਰਮਾਤਮਾ ਦੀ, ਕਿਸੇ ਹੋਰ ਦੀ ਨਹੀਂ। ਫਿਰ ਕੀ ਹੋਏਗਾ? ਸਾਡੇ ਅੰਦਰ ਇੱਕ ਸਵਾਲ ਆਉਂਦਾ ਹੈ ਕਿ ਇੱਕ ਪ੍ਰਮਾਤਮਾ ਦੀ ਆਸ ਰੱਖਾਂਗੇ ਕੀ ਹੋਏਗਾ? ਫਿਰ ਕਹਿੰਦੇ ਸਰਬ ਰੋਗ ਨਾਨਕ ਮਿਟ ਜਾਹੇ। ਫਿਰ ਤੇਰੇ ਸਾਰੇ ਰੋਗ ਜਿਹੜੇ ਨੇ ਨਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹ ਸਾਰੇ ਮਿਟ ਜਾਣਗੇ। ਉਹ ਸਾਰੇ ਰੋਗ ਤੇਰੇ ਅੰਦਰੋਂ ਖਤਮ ਹੋ ਜਾਣਗੇ। ਉਹਨਾਂ ਦੁੱਖਾਂ ਦਾ, ਉਹਨਾਂ ਰੋਗਾਂ ਦਾ ਤੇਰੇ ਅੰਦਰੋਂ ਜਿਹੜਾ ਹੈ ਉਹ ਨਾਸ਼ ਹੋ ਜਾਏਗਾ। ਫਿਰ ਅੱਗੇ ਦੂਸਰਾ ਪਦਾ ਜਿਹੜਾ ਹੈ ਦੂਸਰੇ ਬੰਦ ਵਿੱਚ ਕਿਹਾ, ਕਹਿੰਦੇ ਜਿਸ ਧਨ ਕਉ ਚਾਰ ਕੁੰਟ ਉਠ ਧਾਵਹਿ। ਜਿਸ ਧਨ ਕਉ, ਜਿਸ ਧਨ ਦੀ ਖਾਤਰ ਤੂੰ ਚੌਹ ਕੁੰਟ ਚਾਰੇ ਪਾਸੇ ਦੌੜਦਾ ਹੈ। ਉੱਠ ਧਾਵੇ, ਉੱਠ ਦੌੜਦਾ ਹੈ, ਉੱਠ ਕੇ ਦੌੜਦੇ। ਅਸੀਂ ਅਸਲੀਅਤ ਦੇ ਸੱਚਾਈ ਹੈ, ਭਾਵੇਂ ਮੈਂ ਵੀ ਹਾਂ, ਮੈਂ ਵੀ ਆਪਣੇ ਆਪ ਨੂੰ ਵਿੱਚ ਰੱਖ ਰਿਹਾ, ਅਸੀਂ ਦੌੜ ਰਹੇ ਹਾਂ, ਸਭ ਕੁਝ ਧਨ ਦੀ ਖਾਤਰ ਕਰ ਰਹੇ ਹਾਂ। ਮੈਂ ਵੀ ਵਿੱਚ ਆ ਜੀ, ਮੈਂ ਇਹ ਨਹੀਂ ਕਹਾਂਗਾ ਕਿ ਮੈਂ ਨਾਲ ਨਹੀਂ ਹਾਂ ਤੁਹਾਡੇ। ਗੁਰੂ ਸਾਹਿਬ ਨੇ ਫਿਰ ਆਖਿਆ ਜਿਸ ਧਨ ਕਉ ਚਾਰ ਕੁੰਟ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵਹਿ। ਕਹਿੰਦੇ ਉਹ ਧਨ ਜਿਹੜਾ ਹੈ ਨਾ, ਉਹ ਹਰ ਸੇਵਾ ਤੇ, ਪ੍ਰਮਾਤਮਾ ਦੀ ਸੇਵਾ ਤੇ ਮਿਲੇਗਾ। ਪ੍ਰਮਾਤਮਾ ਦੀ ਸੇਵਾ ਤੇ। ਵੇਖੋ ਦੌਲਤ ਜਿਹੜੀ ਹੈ ਨਾ, ਦੌਲਤ ਸ਼ਬਦ, ਧਨ ਸ਼ਬਦ ਜਿਹੜਾ ਹੈ, ਇਸ ਲਈ ਗੁਰੂ ਸਾਹਿਬ ਨੇ ਦੌਲਤ ਗੁਜ਼ਰਾਨ ਵੀ ਕਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦੌਲਤ ਦੇ ਲਈ ਗੁਜ਼ਰਾਨ ਸ਼ਬਦ ਵਰਤਿਆ, ਵੀ ਦੌਲਤ ਗੁਜ਼ਾਰੇ ਵਾਲੀ, ਜਿਹੜੀ ਗੁਜ਼ਾਰੇ ਜਿੰਨੀ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਗੁਰੂ ਦਾ ਸਿੱਖ ਜਿਹੜਾ ਹੈ ਨਾ, ਉਹ ਕਿਸੇ ਦੇ ਅੱਗੇ ਹੱਥ ਅੱਡ ਕੇ ਮੰਗਦਾ ਵੀ ਨਹੀਂ, ਸ਼ੋਭਦਾ। ਕਹਿੰਦੇ ਉਹ ਧਨ ਜਿਹੜਾ ਹੈ ਨਾ, ਜਿਹਦੇ ਲਈ ਚਾਰੇ ਪਾਸੇ ਦੌੜਦਾ ਹੈ, ਸੋ ਧਨ ਹਰ ਸੇਵਾ ਤੇ ਪਾਵੇ। ਉਹ ਹਰੀ ਸੇਵਾ ਤੋਂ, ਪ੍ਰਮਾਤਮਾ ਦੀ ਸੇਵਾ ਤੋਂ ਮਿਲੇਗਾ। ਜਿਸ ਸੁਖ ਕਉ ਨਿਤ ਬਾਦਸ਼ਾਹ ਮੀਤ। ਮੀਤ ਫਿਰ ਸ਼ਬਦ ਆ ਗਿਆ, ਮੀਤ ਦਾ ਅਰਥ ਇਹ ਮਿੱਤਰ। ਮੀਤ ਸ਼ਬਦ ਸੰਬੋਧਨ ਹੈ ਇੱਥੇ। ਫਿਰ ਸੰਬੋਧਨ ਵਿੱਚ ਜਿਹਨੂੰ ਅਸੀਂ ਕਹਿੰਦੇ ਨਾ, ਜਿਵੇਂ ਕਿਸੇ ਦਾ ਨਾਂ ਲੈਂਦੇ ਉਹਨੂੰ ਸੰਬੋਧਨ ਕਹਿੰਦੇ ਆ, ਆਵਾਜ਼ ਮਾਰਦੇ ਆ। ਇੱਥੇ ਕਹਿ ਰਹੇ ਨੇ ਮਿੱਤਰ ਜਿਸ ਸੁਖ ਕਉ ਨਿਤ ਬਾਦਸ਼ਾਹ। ਜਿਸ ਸੁੱਖ ਨੂੰ ਤੂੰ ਸਦਾ ਚਾਹੁੰਦਾ ਹੈ ਨਾ, ਜਿਹੜੇ ਸੁੱਖ ਚਾਹੁੰਦਾ ਹੈ ਮੇਰੇ ਮਨ ਦੇ ਅੰਦਰ ਆ ਜਾਣ, ਤਨ ਦੇ ਅੰਦਰ ਆ ਜਾਣ, ਕਹਿੰਦੇ ਸੋ ਸੁਖ ਸਾਧੂ ਸੰਗ ਪ੍ਰੀਤ। ਉਹ ਜਿਹੜੇ ਸੁੱਖ ਨੇ ਨਾ, ਉਹ ਸਾਧੂ ਸੰਗ, ਸਾਧੂ ਸੰਤਾਂ ਦੀ ਸੰਗਤ ਵਿੱਚ ਪਿਆਰ ਕੀਤਿਆਂ ਮਿਲਦੇ ਨੇ। ਉਹ ਜਿਹੜੇ ਸੁੱਖ ਨੇ, ਉਹ ਸੁੱਖ ਮਿਲਦਾ ਹੈ। ਇੱਥੇ ਵਾਹਿਗੁਰੂ ਇੱਕ ਵਚਨ ਜਿਹੜਾ ਹੈ ਇੱਥੇ ਸ਼ਬਦ ਦੇ ਉੱਪਰ ਵੀ ਸੀ, ਜਿਸ ਸੁਖ ਕਉ ਨਿਤ ਬਾਦਸ਼ਾਹ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਉਹ ਸੁੱਖ ਮਿਲਦਾ ਹੈ, ਪਰ ਸਾਧੂ ਦੇ ਸੰਗ ਨਾਲ ਵਿੱਚ ਜਦੋਂ ਪ੍ਰੀਤ ਕਰ ਲਏਗਾ ਨਾ, ਸਾਧੂ ਦੇ ਨਾਲ, ਗੁਰੂ ਦੇ ਨਾਲ ਪ੍ਰੀਤ ਪਾਏਗਾ, ਉਹ ਸੁੱਖ ਮਿਲੇਗਾ। ਫਿਰ ਆਖਿਆ ਜਿਸ ਸੋਭਾ ਕਉ ਕਰੇ ਭਲੀ ਕਰਨੀ। ਜਿਸ ਸੋਭਾ ਦੀ ਖਾਤਰ, ਜਿਸ ਸੋਭਾ ਕੋ ਕਰੇ ਭਲੀ ਕਰਨੀ। ਵੇਖੋ ਦੋ ਤਰ੍ਹਾਂ ਦੇ ਨਾਲ, ਵੇਖੋ ਇਨਸਾਨ, ਹਰ ਇਨਸਾਨ ਚਾਹੁੰਦਾ ਹੈ ਕਿ ਮੇਰੀ ਸ਼ੋਭਾ ਹੋਵੇ, ਮੇਰੀ ਵਡਿਆਈ ਬੜੀ ਹੋਵੇ, ਮੇਰਾ ਮਾਣ ਸਤਿਕਾਰ ਬੜਾ ਹੋਵੇ, ਮੇਰੀ ਉਸਤਤ ਬੜੀ ਹੋਵੇ, ਹਰ ਇਨਸਾਨ ਮੈਨੂੰ ਜਾਣਦਾ ਹੋਵੇ, ਮੈਨੂੰ ਸਮਝਦਾ ਹੋਵੇ। ਉਹ ਫਿਰ ਕੁਝ ਬੰਦੇ ਨੇ ਆਪਣਾ ਨਾਂ ਜਿਹੜੇ ਬਣਾਉਣ ਦੇ ਵਾਸਤੇ ਮਾੜੇ ਕੰਮ ਕਰਦੇ ਨੇ ਕਿ ਮੇਰਾ ਨਾਂ ਬਣ ਜਾਏ। ਕੁਝ ਇਹੋ ਜਿਹੇ ਨੇ ਜਿਹੜੇ ਆਪਣਾ ਨਾਂ ਬਣਾਉਣ ਦੇ ਵਾਸਤੇ ਚੰਗੇ ਕੰਮ ਕਰਦੇ ਨੇ, ਥੋੜੇ ਨਹੀਂ, ਬਹੁਤ ਚੰਗੇ ਕੰਮ, ਧਰਮ ਦੇ ਕਰਮ ਕਰਦੇ ਨੇ, ਪਰ ਮਨ ਦੇ ਅੰਦਰ ਇਹ ਆਸ ਰੱਖ ਲੈਂਦੇ ਨੇ ਕਈ ਵਾਰੀ ਕਿ ਜੋ ਇਹ ਨਾ ਉਹ ਮੇਰਾ ਨਾਂ ਹੋਵੇ, ਕਰਮ ਤੇ ਮੈਂ ਚੰਗੇ ਕਰ ਰਿਹਾ, ਧਰਮ ਦੇ ਕਰ ਰਿਹਾ, ਪਰ ਮੇਰਾ ਨਾਂ ਵੀ ਹੋਣਾ ਚਾਹੀਦਾ ਹੈ। ਬੜੇ ਥੋੜੇ ਨੇ ਜਿਹੜੇ ਧਰਮ ਦੇ ਕਰਮ ਕਰਕੇ ਤੇ ਆਪਣੇ ਨਾਮ ਹੋਣ ਦੀ ਆਸ ਜਿਹੜੀ ਉਹ ਨਹੀਂ ਰੱਖਦੇ। ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਜਿਸ ਸੋਭਾ ਕਉ,
जिस शोभा लै जिहड़ी शोभा लैण दे वास्ते करै भली करनी, तू भले काम करदा है, नेक काम करदा है। सा शोभा भज हर की शरणी, ਕਹਿੰਦੇ ਉਹ ਸ਼ੋਭਾ, ਅਸਲ ਸ਼ੋਭਾ ਤੈਨੂੰ ਜੇ ਲੈਣੀ ਚਾਹਣਾ ਨਾ ਅਸਲ, ਤੇ ਫਿਰ ਭਜ ਹਰ ਕੀ ਸ਼ਰਣੀ। ਭਜ, ਭਜ ਦਾ ਇੱਥੇ ਅਰਥ ਭਜਣਾ ਜਪਣਾ ਨਹੀਂ ਹੈ। ਭਜ ਦਾ ਅਰਥ ਹੈ ਭੱਜ ਕੇ ਜਾ, ਜਾ ਭੱਜ, ਕਹਿੰਦੇ ਜਾ ਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾ, ਬੜੀ ਸ਼ੋਭਾ ਮਿਲੇਗੀ ਫਿਰ। ਅਨਿਕ ਉਪਾਵੀ ਰੋਗ ਨਾ ਜਾਏ, ਅਨਿਕ ਉਪਾਵੀ, ਅਨੇਕਾਂ ਉਪਾਅ, ਅਨੇਕਾਂ ਹੀਲਿਆਂ ਦੇ ਨਾਲ ਰੋਗ ਨਾ ਜਾਏ। ਜਿਹੜਾ ਹਉਮੈ ਦਾ ਰੋਗ ਹੈ ਨਾ, ਜਿੰਨਾ ਮਰਜ਼ੀ ਯਤਨ ਕਰ ਲਈਏ ਇਹ ਜਾਂਦਾ ਨਹੀਂ ਹੈ। ਵੇਖੋ ਪਹਿਲੀਆਂ ਜਿਹੜੀਆਂ ਪੰਕਤੀਆਂ ਨੇ ਨਾ, ਗੁਰੂ ਸਾਹਿਬ ਨੇ ਆਖਿਆ ਕਿ ਸੋਭਾ ਲਈ ਭਲੇ ਕੰਮ ਕਰਨਾ ਇਨਸਾਨ, ਕਿ ਮੇਰੀ ਵਡਿਆਈ ਹੋਵੇ, ਪਰ ਉਹਦਾ ਵੀ ਹੰਕਾਰ ਮਨ ਦੇ ਅੰਦਰ ਆ ਜਾਂਦਾ ਹੈ। ਉਹਦੀ ਹਉਮੈ ਵੀ, ਹਉਮੈ ਬੜੀ ਸੂਖਸ਼ਮ ਰੂਪ ਦੇ ਅੰਦਰ ਵੀ ਸਾਡੇ ਅੰਦਰ ਆ ਜਾਂਦੀ, ਬਹੁਤ ਸੂਖਸ਼ਮ। ਤੇ ਉਹ ਹਉਮੈ ਜਦੋਂ ਸੂਖਸ਼ਮ ਰੂਪ ਵਿੱਚ ਵੀ ਆ ਜਾਏ ਨਾ ਅੰਦਰ, ਤੇ ਫਿਰ ਉਹਨੂੰ ਬਾਹਰ ਕੱਢਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਅਸਲੀਅਤ ਹੈ ਕਿ ਗੁਰੂ ਸਾਹਿਬ ਨੇ ਜਿਹੜੇ ਅੱਜ ਬੋਲ ਕਹੇ ਨੇ ਨਾ, ਕਹਿੰਦੇ ਅਨਿਕ ਉਪਾਵੀ ਰੋਗ ਨਾ ਜਾਏ। ਬੜੇ ਉਪਾਅ ਕਰ ਲਏ, ਬੜੇ ਯਤਨ ਕਰ ਲਏ, ਬੜੇ ਹੀਲੇ ਵਰਤ ਲਏ, ਬੜੀਆਂ ਕੋਸ਼ਿਸ਼ਾਂ ਕਰ ਲਈਆਂ, ਪਰ ਹਉਮੈ ਦਾ ਰੋਗ ਜਿਹੜਾ ਹੈ ਨਾ ਉਹ ਅੰਦਰੋਂ ਦੂਰ ਨਹੀਂ ਹੁੰਦਾ। ਫਿਰ ਕਿਵੇਂ ਹੋਏਗਾ? ਗੁਰੂ ਸਾਹਿਬ ਕਹਿੰਦੇ ਜੇ ਨਹੀਂ ਹੁੰਦਾ ਤਾਂ ਮੈਂ ਤੈਨੂੰ ਦੱਸਦਾ ਕਿਵੇਂ ਹੋਏਗਾ। ਰੋਗ ਮਿਟੈ ਹਰ ਅਵਖਦ ਲਾਏ, ਇਹ ਰੋਗ ਮਿਟੇਗਾ ਜ਼ਰੂਰ, ਪਰ ਇਹਨੂੰ ਦਵਾਈ ਦੇਣੀ ਪਏਗੀ। ਉਹ ਦਵਾਈ ਕਿਹੜੀ ਹੈ? ਅਵਖਦ, ਅਵਖਦ ਦਾ ਅਰਥ ਹੈ ਔਸ਼ਧੀ। ਜੋ ਔਸ਼ਧੀ ਹੈ ਨਾ ਸ਼ਬਦ, ਉਹਨੂੰ ਪੰਜਾਬੀ ਵਿੱਚ ਉਹਦੇ ਲਈ ਅਵਖਦ ਸ਼ਬਦ ਵਰਤਿਆ ਗਿਆ। ਕਹਿੰਦੇ ਇਹ ਔਸ਼ਧੀ ਕਿਹੜੀ ਚਾਹੀਦੀ? ਉਹ ਹਰ ਹਰੀ ਦੇ ਨਾਮ ਦੀ ਔਸ਼ਧੀ ਜਿਹੜੀ ਹੈ। ਰੋਗ ਤੇ ਹੈ ਅੰਦਰ, ਹਉਮੈ ਦਾ ਰੋਗ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸਾਰੇ ਰੋਗ ਸਾਡੇ ਅੰਦਰ ਨੇ। ਗੁਰੂ ਸਾਹਿਬ ਨੇ ਆਖਿਆ ਜੇ ਰੋਗ ਮਿਟਾਉਣਾ ਚਾਹੁੰਦਾ ਹੈ ਨਾ, ਤੇ ਫਿਰ ਸਰਬ ਵਾਹਿਗੁਰੂ, ਅਨਿਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਜਦੋਂ ਪਰਮਾਤਮਾ ਦੇ ਨਾਮ ਦੀ ਔਸ਼ਧੀ ਜਿਹੜੀ ਵਰਤੇਗਾ ਨਾ, ਉਹਨੂੰ ਲਾਏਗਾ, ਪਰਮਾਤਮਾ ਦੇ ਨਾਮ ਨੂੰ ਜਪੇਗਾ, ਤੇ ਫਿਰ ਇਹ ਰੋਗ ਖਤਮ ਹੋ, ਬਿਲਕੁਲ ਮਿਟ ਜਾਊਗਾ, ਮਿਟ ਜਾਂਦਾ ਬਿਲਕੁਲ। ਅੱਗੇ ਗੁਰੂ ਸਾਹਿਬ ਨੇ ਆਖਿਆ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ। ਹੁਣ ਸਰਬ ਨਿਧਾਨ, ਨਿਧਾਨ ਦਾ ਅਰਥ ਹੈ ਖਜ਼ਾਨਾ, ਨਿਧਾਨ ਦਾ ਅਰਥ ਖਜ਼ਾਨਾ ਸ਼ਾਬਦਿਕ ਜਿਹੜਾ ਹੈ। ਕਹਿੰਦੇ ਬੜੇ ਖਜ਼ਾਨੇ ਨੇ ਦੁਨੀਆ ਦੇ ਅੰਦਰ, ਪਰ ਸਾਰਿਆਂ ਖਜ਼ਾਨਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਖਜ਼ਾਨਾ ਹੈ ਨਾ, ਉਹ ਪਰਮਾਤਮਾ ਦਾ ਨਾਮ ਹੈ। ਸਰਬ ਨਿਧਾਨ ਮੈਂ, ਸਾਰਿਆਂ ਨਿਧਾਨਾਂ ਦੇ ਵਿੱਚੋਂ, ਸਾਰਿਆਂ ਖਜ਼ਾਨਿਆਂ ਦੇ ਵਿੱਚੋਂ ਹਰ ਨਾਮ ਨਿਧਾਨ, ਪਰਮਾਤਮਾ ਦਾ ਨਾਮ ਹੀ ਅਸਲ ਖਜ਼ਾਨਾ ਹੈ, ਜਿਹੜਾ ਅਸਲ ਵਿੱਚ ਹੈ। ਕਹਿੰਦੇ ਜਪ ਨਾਨਕ ਦਰਗਹਿ ਪਰਵਾਨ। ਤੇ ਜਦੋਂ ਇਹ ਨਾਮ ਜਪੇਗਾ ਨਾ, ਇਹ ਨਾਮ ਰੂਪੀ ਖਜ਼ਾਨਾ ਇਕੱਠਾ ਕਰ ਲਏਗਾ, ਆਪਣੇ ਕੋਲ ਰੱਖ ਲਏਗਾ, ਜਪੇਗਾ ਪਰਮਾਤਮਾ ਦੇ ਨਾਮ ਨੂੰ, ਸਿਮਰਨ ਕਰੇਗਾ, ਫਿਰ ਕੀ ਹੋਏਗਾ? ਦਰਗਹਿ ਪਰਵਾਨ, ਕਹਿੰਦੇ ਦਰਗਾਹ ਵਿੱਚ ਪ੍ਰਵਾਨ ਹੋ ਜਾਏਗਾ, ਦਰਗਾਹ ਵਿੱਚ ਕਬੂਲ ਹੋ ਜਾਏਗਾ ਉਸ ਪਰਮਾਤਮਾ ਦੇ ਦਰ ਤੇ। ਵੇਖੋ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਕਿ ਜਿਹੜਾ ਇਹਦਾ ਸ਼ਲੋਕ ਹੈ ਨਾ, ਉਹਨੂੰ ਧਿਆਨ ਵਿੱਚ ਰੱਖਿਓ, ਕਿਉਂਕਿ ਉਸੇ ਸ਼ਲੋਕ ਦੇ ਅਨੁਸਾਰ ਹੀ ਸਾਰੀਆਂ ਪੌੜੀਆਂ ਜਿਹੜੀਆਂ ਨਾ ਅਸ਼ਟਪਦੀ ਦੀਆਂ ਉਹ ਚੱਲਣੀਆਂ ਨੇ। ਉੱਥੇ ਗੁਰੂ ਸਾਹਿਬ ਨੇ ਆਖਿਆ ਸੀ ਕਿ ਭਲਿਆ ਪਰਮਾਤਮਾ ਦਾ ਨਾਮ, ਵੇਖੋ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਲ। ਦੇਖੋ ਮੈਂ ਸਕਰੀਨ ਫੇਰ ਉੱਪਰ ਕੀਤਾ ਸ਼ਬਦ ਸ਼ੇਅਰ ਕਰ ਰਿਹਾ, ਹਰ ਹਰ ਨਾਮ ਕਮਾਵਨਾ ਨਾਨਕੇ ਤਨਸਾਰ। ਤੇ ਸਾਰਾ ਇਹਨਾਂ ਅਸ਼ਟਪਦੀ, ਇਸ ਅਸ਼ਟਪਦੀ ਦੇ ਅੰਦਰ ਇਸੇ ਪਰਮਾਤਮਾ ਦੇ ਨਾਮ ਦਾ ਹੀ ਜ਼ਿਕਰ ਹੈ। ਤਾਂ ਹੀ ਕਿਹਾ ਵੀ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ। ਸਾਰਿਆਂ ਨਿਧਾਨਾਂ, ਸਾਰਿਆਂ ਖਜ਼ਾਨਿਆਂ ਦੇ ਵਿੱਚੋਂ ਪਰਮਾਤਮਾ ਦਾ ਨਾਮ ਜਿਹੜਾ ਉਹ ਸਭ ਤੋਂ ਵੱਡਾ ਖਜ਼ਾਨਾ ਹੈ। ਤੇ ਜਪ ਨਾਨਕ, ਜਦੋਂ ਉਹਨੂੰ ਜਪੇਗਾ ਨਾ, ਜਪ ਉਹਨੂੰ ਜਪੇਗਾ, ਜਪਣ ਦੇ ਨਾਲ ਦਰਗਹਿ ਪ੍ਰਵਾਨ, ਉਸ ਪਰਮਾਤਮਾ ਦੀ ਦਰਗਾਹ, ਉਹਦੇ ਦਰ ਤੇ, ਉਹਦੇ ਘਰ ਦੇ ਅੰਦਰ ਪ੍ਰਵਾਨ ਹੋ ਜਾਏਗਾ। ਉਸ ਤੋਂ ਬਿਨਾਂ ਜਿਹੜਾ ਪ੍ਰਵਾਨਗੀ ਉਹਦੇ ਘਰ ਨਹੀਂ ਮਿਲੇਗੀ। ਅੱਗੇ ਗੁਰੂ ਸਾਹਿਬ ਨੇ ਆਖਿਆ ਮਨ ਪਰ ਬੋਧੋ ਹਰ ਕੈ ਨਾਏ। ਪ੍ਰਬੋਧੋ ਦਾ ਅਰਥ ਹੈ ਮਨ ਨੂੰ ਸਾਧਨਾ। ਮਨ ਸਾਧਿਆ ਨਹੀਂ ਹੋਇਆ ਸਾਡਾ। ਵੈਸੇ ਗੁਰੂ ਸਾਹਿਬ ਨੇ ਬਾਣੀ ਵਿੱਚ ਮਨ ਸਾਧਿਆ ਕਿ ਇਹੀ ਨਿਸ਼ਾਨੀ ਵੀ ਦੱਸਿਆ ਹੈ ਕਿ ਜਦੋਂ ਪਰਮਾਤਮਾ ਦੀ, ਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਜੇ ਨਾ, ਫਿਰ ਸਮਝ ਲਓ ਕਿ ਮਨ ਸਾਧਿਆ ਜਾ ਰਿਹਾ ਹੈ, ਮਨ ਸੋਧਿਆ ਜਾ ਰਿਹਾ ਹੈ। ਇੱਥੇ ਗੁਰੂ ਸਾਹਿਬ ਨੇ ਆਖਿਆ ਮਨ ਪਰ, ਵੇਖੋ ਇੱਥੇ ਵੀ ਉਹੀ ਸ਼ਬਦ ਹੈ, ਮਨ ਪਰ ਬੋਧੋ, ਮਨ ਨੂੰ ਸਾਧੋ, ਪ੍ਰਬੋਧ ਲਓ, ਜਗਾ ਲਓ, ਸੁੱਤਾ ਪਿਆ ਹੈ, ਹਰ ਕੈ ਨਾਏ। ਪਰ ਇਹ ਜਾਗੇਗਾ ਕਿਵੇਂ? ਇਹ ਸਾਧਿਆ ਕਿਵੇਂ ਜਾਏਗਾ? ਕਹਿੰਦੇ ਹਰ ਕੈ ਨਾਏ, ਹਰੀ ਪਰਮਾਤਮਾ ਦੇ ਨਾਮ ਦੇ ਨਾਲ, ਉਸ ਤੋਂ ਬਿਨਾਂ ਨਹੀਂ। ਨਾਮ ਦੇ ਨਾਲ ਹੀ ਇਹ ਮਨ ਪ੍ਰਬੋਧਿਆ ਜਾਏਗਾ, ਜਾਗੇਗਾ, ਸਾਧਿਆ ਜਾਏਗਾ।
शुद्ध हो जाएगा कह लो। मन किवें, मन प्रबोधो हर कै नाहे। फिर गुरु साहब ने आख्या दह दिस धावत आवे ठाए। वेखो ध्यान नाल सुनियो, ये वो माने कहते ਜਿਹੜਾ ਦਹ ਦਿਸ ਧਾਵਤ, ਜਿਹੜਾ ਦਸੇ ਦਿਸ਼ਾਵਾਂ ਵੱਲ ਧਾਰ ਰਿਹਾ ਹੈ, ਦੌੜ ਰਿਹਾ ਹੈ। ਮਨ ਨਹੀਂ ਟਿਕਦਾ ਸਾਡਾ, ਮਨ ਸਭ ਤੋਂ ਤੇਜ਼ ਦੌੜਨ ਵਾਲੀ ਚੀਜ਼ ਹੈ। ਹੁਣ ਇੱਥੇ ਆ, ਇੱਕ ਪਲ ਦੇ ਅੰਦਰ ਪਤਾ ਨਹੀਂ ਕਿੱਥੇ ਚਲੀ ਜਾਏਗੀ। ਮਨ ਇਹੋ ਜਿਹਾ ਹੈ। ਦਹ ਦਿਸ ਧਾਵਤ, ਦਸੀਂ ਪਾਸੇ ਹਰ ਪਾਸੇ ਦੌੜਦਾ ਹੀ ਰਹਿੰਦਾ ਹੈ। ਪਰ ਆਵੈ ਠਾਏ, ਟਿਕਾਣੇ, ਠਾਏ ਦਾ ਅਰਥ ਟਿਕਾਣਾ, ਟਿਕਾਣੇ ਤੇ ਆ ਜਾਏਗਾ, ਟਿਕ ਜਾਏਗਾ ਇੱਕ ਜਗ੍ਹਾ ਤੇ। ਪਰ ਕਿਵੇਂ? ਉੱਪਰ ਫਿਰ ਪੜੋ, ਉੱਪਰਲੀ ਪੰਕਤੀ ਹਰ ਕਹਿਣਾ, ਉਸ ਤੋਂ ਬਿਨਾਂ ਨਹੀਂ। ਕਹਿੰਦੇ ਮਨ ਪ੍ਰਬੋਧਨਾ ਹੈ। ਦੇਖੋ ਦੋਨੋਂ ਪੰਕਤੀਆਂ ਉੱਪਰ ਥੱਲੇ ਧਿਆਨ ਨਾਲ ਵੇਖਿਓ। ਗੁਰੂ ਸਾਹਿਬ ਨੇ ਆਖਿਆ ਮਨ ਪ੍ਰਬੋਧੋ, ਉਹ ਮਨ ਨੂੰ ਪ੍ਰਬੋਧੋ ਜਿਹੜਾ ਦਹਿ ਦਿਸ ਧਾਵਤ ਹੈ। ਦੋਨੋਂ ਪੰਕਤੀਆਂ ਇਕੱਠੀਆਂ ਪੜਾਂਗੇ ਬਹੁਤ ਸੌਖਾ ਹੋ ਜਾਏਗਾ। ਮਨ ਪ੍ਰਬੋਧੋ ਕਿਹੜੇ ਮਨ ਨੂੰ? ਜਿਹੜਾ ਦਹਿ ਦਿਸ ਧਾਵਤ ਏ। ਤੇ ਫਿਰ ਆਖਿਆ ਹਰ ਕੈ ਨਾਏ ਆਵੈ ਠਾਏ, ਹਰੀ ਦੇ ਨਾਮ ਨਾਲ ਇਹ ਠਾਏ, ਟਿਕਾਣੇ ਤੇ ਆ ਜਾਏਗਾ। ਫਿਰ ਇਹ ਦੌੜੇਗਾ ਨਹੀਂ, ਫਿਰ ਇਹ ਕਿਸੇ ਪਾਸੇ ਨਹੀਂ ਜਾਏਗਾ। ਗੁਰੂ ਸਾਹਿਬ ਨੇ ਆਖਿਆ ਫਿਰ ਇੱਥੇ ਹੀ ਟਿਕ ਜਾਏਗਾ। ਅੱਗੇ ਕਹਿੰਦੇ ਤਾ ਕਉ ਬਿਗਣ ਨ ਲਾਗੈ ਕੋਈ, ਉਸ ਮਨੁੱਖ ਨੂੰ, ਉਸ ਇਨਸਾਨ ਨੂੰ ਕੋਈ ਵਿਗੜ ਨਹੀਂ ਆਉਂਦਾ, ਕੋਈ ਰੁਕਾਵਟ ਨਹੀਂ ਆਉਂਦੀ, ਕੋਈ ਔਕੜ ਨਹੀਂ ਆਉਂਦੀ, ਕੋਈ ਵੀ ਉਹਦਾ ਰਸਤਾ ਨਹੀਂ ਰੋਕਦਾ। ਮਨ ਪ੍ਰਬੋਧੋ ਵਾਹਿਗੁਰੂ ਕਹਿੰਦੇ ਤਾ ਕਉ ਵਿਗੜ ਨਾ ਲਾਗੈ ਕੋਈ, ਉਹਨੂੰ, ਉਸ ਇਨਸਾਨ ਨੂੰ ਕੋਈ ਵਿਗੜ ਨਹੀਂ ਪੈਂਦਾ, ਰੁਕਾਵਟ ਨਹੀਂ ਪੈਂਦੀ। ਕਿਹਨੂੰ? ਕਹਿੰਦੇ ਜਾ ਕੈ ਹਿਰਦੈ ਬਸੈ ਹਰਿ ਸੋਈ, ਜਿਸ ਪਰਮਾਤਮਾ ਦੇ ਹਿਰਦੇ ਦੇ ਅੰਦਰ ਉਹ ਪਰਮਾਤਮਾ, ਜਿਸ ਵਾਹਿਗੁਰੂ, ਜਿਸ ਇਨਸਾਨ ਦੇ ਹਿਰਦੇ ਦੇ ਅੰਦਰ ਉਹ ਪਰਮਾਤਮਾ ਵਸਦਾ ਹੈ ਨਾ, ਉਹਨੂੰ ਕੋਈ ਵਿਗੜ ਨਹੀਂ ਲੱਗਦਾ, ਉਹਨੂੰ ਕੋਈ ਰੁਕਾਵਟ ਨਹੀਂ ਆਉਂਦੀ। ਫਿਰ ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਤਾ ਕਉ ਵਿਗੜ ਨਾ ਲਾਗੈ ਕੋਈ, ਜਾ ਕੇ ਹਿਰਦੈ ਬਸੈ ਹਰਿ ਸੋਇ, ਜਿਹਦੇ ਹਿਰਦੇ ਦੇ ਅੰਦਰ ਉਹ ਪਰਮਾਤਮਾ ਆਪ ਵਸਦਾ ਹੈ। ਅੱਗੇ ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਕਲ ਤਾਤੀ ਠਾਂਡਾ ਹਰਿ ਨਾਉ, ਕਲ ਤਾਤੀ, ਤੱਤੀ ਕਲਯੁਗ, ਕਲ ਦਾ ਅਰਥ ਹੈ ਕਲਯੁਗ, ਤਾਤੀ ਦਾ ਭਾਵ ਹੈ ਕਲਯੁਗ ਤੱਤੀ ਅੱਗ ਵਰਗਾ ਹੈ, ਬਿਲਕੁਲ ਗਰਮ ਸੜ ਬਲ ਰਿਹਾ ਹੈ। ਤੇ ਆਪ ਵੀ ਤੱਤਾ ਸੜ ਰਿਹਾ ਹੈ, ਤੇ ਲੁਕਾਈ ਨੂੰ ਵੀ, ਜਿਹੜੇ ਇਹਦੇ ਮਗਰ ਲੱਗਦੇ ਨੇ ਉਹ ਵੀ ਸੜ ਰਹੇ ਨੇ। ਕਲ ਤਾਤੀ ਪਰ ਠਾਂਡਾ ਹਰਿ ਨਾਉ, ਸਿਰਫ ਇਸ ਕਲਯੁਗ ਦੇ ਅੰਦਰ ਜੇ ਕੁਝ ਠੰਡਾ ਹੈ ਤੇ ਉਹ ਪਰਮਾਤਮਾ ਦਾ ਨਾਮ ਹੈ, ਹੋਰ ਕੁਝ ਨਹੀਂ। ਮੈਂ ਇੱਕ ਉਦਾਹਰਨ ਛੋਟੀ ਜਿਹੀ ਦੇਵਾਂ, ਸਮਝਿਓ ਥੋੜਾ ਜਿਹਾ ਧਿਆਨ ਨਾਲ। ਕਈਆਂ ਨੇ ਆਖਿਆ ਵੀ ਚੰਦਨ ਬੜਾ ਠੰਡਾ ਹੈ, ਚੰਦਨ ਬੜਾ ਸ਼ੀਤਲ, ਚੰਦਨ ਹੈ ਹੀ ਵੈਸੇ ਠੰਡਾ ਹੁੰਦਾ। ਕਈਆਂ ਨੇ ਆਖਿਆ ਵੀ ਚੰਦਨ ਬੜਾ ਠੰਡਾ ਹੈ। ਕਈਆਂ ਨੇ ਕਹਿ ਦਿੱਤਾ ਨਹੀਂ ਤੁਸੀਂ ਗਲਤ ਹੋ, ਚੰਦ ਬੜਾ ਠੰਡਾ ਹੈ, ਬੜਾ ਸ਼ੀਤਲ ਹੈ ਚੰਦ। ਕਿਸੇ ਮੇਰੇ ਵਰਗੇ ਨੇ ਫਿਰ ਕਹਿ ਦਿੱਤਾ ਨਹੀਂ ਭਾਈ, ਸਰਦੀ ਦੀ ਰੁੱਤ ਜਿਹੜੀ ਨਾ ਉਹ ਬੜੀ ਠੰਡੀ ਹੈ, ਸਰਦੀ ਜਦੋਂ ਆਉਂਦੀ ਉਹ ਬਹੁਤ ਠੰਡ ਹੁੰਦੀ, ਉਦੋਂ ਸ਼ੀਤਲਤਾ ਮਿਲਦੀ ਹੈ। ਪਰ ਗੁਰੂ ਸਾਹਿਬ ਨੇ ਆਖਿਆ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ। ਘਾਮ ਤਪਸ਼ ਜਿਹੜੀ ਹੈ ਨਾ, ਇਹ ਨਾ ਚੰਦਨ ਨਾਲ ਮਿਟਣੀ, ਨਾ ਚੰਦ ਨਾਲ, ਨਾ ਸਰਦ ਰੁੱਤ ਨਾਲ, ਬਿਲਕੁਲ ਵੀ ਖਤਮ ਨਹੀਂ ਹੋਏਗੀ। ਕਿਵੇਂ ਹੋਏਗੀ? ਕਹਿੰਦੇ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰਿ ਨਾਮ। ਸ਼ੀਤਲਤਾ ਜਿਹੜੀ ਹੈ ਨਾ, ਠੰਡਕ ਜਿਹੜੀ ਹੈ, ਉਹ ਪ੍ਰਮਾਤਮਾ ਦੇ ਨਾਮ ਨੂੰ ਸਿਮਰਿਆ ਹੀ ਮਿਲੇਗੀ। ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰਿ ਨਾਮ। ਅੱਜ ਆਖਿਆ ਕਲ ਤਾਤੀ, ਇਸ ਤੱਤੇ ਸੜਦੇ ਬਲਦੇ ਕਲਯੁਗ ਦੇ ਅੰਦਰ ਠੰਡਾ ਹਰਿ ਨਾਉ, ਪ੍ਰਮਾਤਮਾ ਦਾ, ਕੱਲਾ ਪ੍ਰਮਾਤਮਾ ਦਾ ਨਾਮ ਹੀ ਠੰਡਾ ਹੈ ਬਸ। ਤੇ ਜਿਹੜਾ ਜਪਦਾ ਹੈ ਉਹ ਵੀ ਠੰਡਾ ਸ਼ੀਤਲ ਹੋ ਜਾਂਦਾ ਹੈ। ਸਿਮਰ ਸਿਮਰ ਸਦਾ ਸੁਖ ਪਾਓ, ਕਹਿੰਦੇ ਭਾਈ ਫਿਰ ਉਹ ਜਿਹੜਾ ਠੰਡਾ ਨਾਮ ਹੈ ਨਾ ਪਰਮਾਤਮਾ ਦਾ, ਉਹਨੂੰ ਸਿਮਰ। ਫਿਰ ਆਖਿਆ ਉਹਨੂੰ ਸਿਮਰ, ਦੋ ਵਾਰ ਕਿਹਾ ਸਿਮਰ ਸਿਮਰ। ਉਹ ਸਿਮਰ ਕੇ, ਉਹਨੂੰ ਸਿਮਰ ਕੇ, ਉਹਨੂੰ ਵਾਰ-ਵਾਰ ਸਿਮਰਦਾ ਰਹਿ, ਤੇ ਕੀ ਹੋਏਗਾ? ਸਦਾ ਸੁਖ ਪਾਊ, ਫਿਰ ਸਦਾ ਲਈ ਸੁੱਖ ਤੈਨੂੰ ਮਿਲ ਜਾਏਗਾ, ਸੁੱਖ ਪਾ ਲਏਗਾ। ਇਹ ਸੁੱਖ 2-4 ਘੜੀਆਂ ਨਹੀਂ ਰਹੇਗਾ। ਗੁਰੂ ਅਰਜਨ ਦੇਵ ਜੀ ਅੱਜ ਕਹਿੰਦੇ ਭਾਈ ਇਹ ਸਦਾ ਦੇ ਵਾਸਤੇ ਸੁੱਖ ਤੈਨੂੰ ਮਿਲ ਜਾਏਗਾ। ਭਾਉ ਬਿਨਸੈ, ਇੱਥੇ ਵਿਸ਼ਰਾਮ ਹੈ। ਭਾਉ ਬਿਨਸੈ ਪੂਰਨ ਹੋਏ ਆਸ, ਭਾਉ ਡਰ, ਬਿਨਸੈ ਖਤਮ ਹੋ ਜਾਂਦਾ ਹੈ। ਡਰ ਹਮੇਸ਼ਾ ਦੇ ਵਾਸਤੇ ਇਨਸਾਨ ਦੇ ਅੰਦਰੋਂ ਖਤਮ ਹੋ ਜਾਂਦਾ ਹੈ। ਫਿਰ ਉਹ ਭਾਵੇਂ ਮੌਤ ਦਾ ਡਰ ਹੋਵੇ ਜਾਂ ਕੋਈ ਹੋਰ ਡਰ ਹੋਵੇ, ਬੜੇ ਤਰ੍ਹਾਂ ਦੇ ਡਰ ਨੇ, ਉਹ ਖਤਮ, ਕੋਈ ਡਰ ਨਹੀਂ ਉਹਦੇ ਅੰਦਰ ਰਹਿੰਦਾ। ਵੈਸੇ ਇੱਥੇ ਭਾਉ ਸ਼ਬਦ, ਭਾਉ ਬਿਨਸੈ, ਭਾਉ ਡਰ ਖਤਮ ਹੋ ਜਾਂਦਾ। ਇੱਕ ਵਚਨ ਹੈ ਪੂਰਨ ਹੋਏ ਆਸ, ਤੇ ਉਸ ਇਨਸਾਨ ਦੀ ਜਿਹੜੀ ਆਸ ਹੈ ਨਾ, ਕਹਿੰਦੇ ਉਹ ਫਿਰ ਪੂਰੀ ਹੋ ਜਾਂਦੀ ਹੈ। ਕਿਵੇਂ? ਪ੍ਰਮਾਤਮਾ ਦੀ ਬੰਦਗੀ ਦੇ ਨਾਲ, ਕਿਉਂਕਿ ਸ਼ਲੋਕ ਵਿੱਚ ਉਹ ਕੁਛ ਹੈ ਤੇ ਹਰ
पंक्ति के अंदर ही परमात्मा की बंदगी नाम का जिक्र है। भौ बिन सै पूरन होए आस, भगत भाए आत्म परगास। सच्चे पातशाह जी ने आख्या भगत, भगत जिहड़ा इत्थे तत्ते नूं सिहारी है, इस्त्री लिंगे का अर्थ है भगती। इत्थे भगत भगती करने वाले भगतां का जिक्र नहीं, भगत का अर्थ इत्थे भगती है। भगत भाए, भाए भगती प्रेमा भगती जिहड़ी है। आत्म प्रगाश कहते फिर की हुंदा उहदे नाल, आत्मक जिहड़ा ज्ञान है ना, आत्म प्रगाश, आत्मक ज्ञान जिहड़ा है ना वो प्राप्त हो जाता है। आत्म प्रगाश का अर्थ असीं ये भी कर सकते हैं कि अंदर चानन, आत्मा दे विच जिहड़ा वो चानन प्रकाश हो जाता, खिड़ाऊ पैदा हो जाता अंदर, जिहड़ा मन आत्मक तौर पर मुरझाया पिया वो खिड़ जाता है, प्रगाश हो जाता है। भगत भाए आत्म प्रगाश। फिर अगे गुरु साहब ने आख्या तित घर जाए बसै अबिनाशी। की हुंदा है फिर तित घर, उस हिरदे घर के अंदर, तित घर जाए बसै अबिनाशी। वैसे इहदा विश्राम तित घर ते लाया जाए, तित घर ते रुकोगे तो अर्थ जिहड़े ना वो बिल्कुल स्पष्ट हो जाएंगे। तित घर, उस हिरदे घर के अंदर जाए बसै अविनाशी। अविनाशी जिहड़ा नाश तो रहत है, जिस परमात्मा का कदे नाश नहीं हुंदा, ना एक परमात्मा का। कहते फिर उस हिरदे घर के अंदर अविनाशी परमात्मा जाके वस जाता है, अपना टिकाणा कर लेंदा है। तित घर जाए, तित घर जाए बसै अविनाशी। उस हिरदे घर के अंदर अविनाशी परमात्मा आके वस जाता है। तो की हुंदा है फिर, कहो नानक काटी जम फासी। कहो नानक, गुरु अर्जन साहब सच्चे पातशाह जी कहते हैं फिर काटी जम फासी। ਉਹਦੀ फिर जमा की जिहड़ी फाही है ना, कहते सदा दे वास्ते कट्टी जाती है। ਉਹਦੀ जमा की फाही सदा ਲਈ खत्म हो जाती है। फिर ਉਹਨੂੰ जमा का ना जमा का डर है। वो तो तां ही गुरु साहब ने आख्या ना, जपजी साहब का अखीर का श्लोक, सच्चे पातशाह ने आख्या जिन्नी नाम ते आया गए मुशक्कत घाल, नानक ते मुकुजले ਕੀਤੀ ਛੁੱਟੀ। ਦਾ ਉਹਨੂੰ ਆਪ ਤੇ ਜਮਾ ਦੀ ਫਾਹੀ ਕੀ ਆਪਣੇ ਨਾਲ ਪਤਾ ਨਹੀਂ ਕਿੰਨਿਆਂ ਨੂੰ ਦਾ ਹੋਰ ਛੁਟਕਾਰਾ ਕਰਾ ਕੇ ਉਹ ਆਪਣੇ ਨਾਲ ਲੈ ਜਾਂਦੇ ਨੇ। ਪਰ ਕਿਹੜੇ ਜਿੰਨੀ ਨਾਮ ਤੇ ਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੁੰਦਾ, ਦੂਜੇ ਨਹੀਂ। ਤਿਤ ਘਰ ਜਾਏ ਬਸੈ ਅਬਿਨਾਸ਼ੀ, ਕਹੋ ਨਾਨਕ ਕਾਟੀ ਜਮ ਫਾਸੀ। ਕਹਿੰਦੇ ਫਿਰ ਜਮਾ ਵਾਲੀ ਫਾਹੀ ਹਮੇਸ਼ਾ ਦੇ ਵਾਸਤੇ ਸਦਾ ਲਈ ਉਹਨਾਂ ਦੀ ਕੱਟੀ ਗਈ। अगे गुरु साहब सच्चे पातशाह जी ने आख्या, कहते तत् विचार कहे जन साचा। तत् विचार कहते जो मनुख परमात्मा की सिफत रूप सोच सोचता है वो सचमुच मनुख है। तत् विचार कहे जन साचा। या ये अर्थ एक होर बड़े कमाल के बनते हैं, जिन्हें यथार्थ का ज्ञान लैके विचार की वही जन सच्चा है। ये अर्थ वैसे ज़्यादा ढुकते हैं। तत्त विचार कह जन साचा। जिहड़ा तत्त नूं विचार रहा है, परमात्मा के नाम की विचार कर रहा है, कह रहा है, जप रहा है, वही जन जिहड़ा है वो सच्चा है। तत्त विचार कह जन साचा। कहते जन्म मरै सो काचो काचा। पर जो जम के निरा मर जाता है, बंदगी नहीं करता, वो कच्चा है। जिहड़ा अज्ञानी है, जिहड़ा नास्तिक है, जिहड़ा जमदा है मरदा है अज्ञानता के अंदर घूमदा फिरदा है, गुरु साहब ने आख्या कच्चा है। देखो दोनों पंक्तियां वाल फिर ध्यान नाल वेखियो। तत्त विचार कह जन साचा। जिहड़ा तत्त विचार नूं कहंदा है वो जन, वो भाई, वो जीव सच्चा है। जिहड़ा तत्त विचार नूं नहीं कहंदा, परमात्मा की बंदगी नहीं करता, वो जन्म मरै जमदा है मरदा है, सो काचो काचा। तो गुरु साहब ने आख्या वो कच्चा है, बिल्कुल काचो काचा है, बिल्कुल कच्चा है, वो सच्चा नहीं है। क्योंकि वो जमदा है तो मरदा है, परमात्मा की बंदगी वो नहीं करता। फिर कहते आवा गवन मिटै प्रभ सेव। देखो किड्डे फिर दस भी दिता कि आवागमन मिटदा है। ये नहीं कि आवागमन मिटदा नहीं, गुरु साहब ने आख्या मिटदा है, पर मिटदा किस तरह है? प्रभ सेव, प्रभु की सेवा कीतियां। सेवा का भाव इत्थे बंदगी है। प्रभु का सिमरन कीतियां जन्म मरण का जिहड़ा गेड़ है वो मुक जाता, खत्म हो जाता हमेशा। तो जिहड़े प्रभ सेव विच नहीं जुड़ते, इहदा अर्थ है कि उन्हां दा जन्म गमन, उन्हां दा आवागमन जन्म मरण नहीं खत्म हुंदा। आवागमन मिटै प्रभ सेव। फिर कहते आप त्याग
शरण गुरदेव। आप त्याग, ਆਪਣੇ ਆਪ ਨੂੰ ਤਿਆਗ ਦੇ, ਮੈਂ ਛੱਡ ਦੇ ਅੰਦਰੋਂ। ਤਿਆਗ ਦੀ ਭਾਵਨਾ, ਤਿਆਗ ਦਾ ਅਰਥ ਇਹ ਨਹੀਂ ਘਰ ਬਾਰ ਛੱਡ ਕੇ ਚਲੇ ਜਾਓ, ਤਿਆਗ ਉਹ ਨਹੀਂ ਹੈ, ਤਿਆਗੀ ਉਹ ਨਹੀਂ ਹੁੰਦਾ। ਤਿਆਗ ਉਹ ਹੁੰਦਾ ਜਿਹੜਾ ਆਪਣਾ ਆਪ ਤਿਆਗ ਦੇਵੇ, ਆਪ ਤਿਆਗ, ਆਪਣੇ ਅੰਦਰੋਂ ਆਪੇ ਭਾਵ ਨੂੰ, ਅੰਦਰਲੀ ਹਉਮੈ ਨੂੰ, ਮੈਂ ਕੁਝ ਵੀ ਨਹੀਂ ਹਾਂ, ਇਹ ਮਨ ਵਿੱਚ ਆ ਜਾਵੇ ਨਾ। ਦੇਖੋ ਜਬ ਹਮ ਹੋਤੇ ਵਾਹਿਗੁਰੂ, ਜਦੋਂ ਅੰਦਰ ਮੈਂ ਆਪਾ ਭਾਵੇ ਤਬ ਤੂੰ ਨਹੀਂ, ਉਦੋਂ ਤੂੰ ਅੰਦਰ ਨਹੀਂ ਹੈ। ਤੇ ਜਦੋਂ ਅੰਦਰ ਆਪਾ ਭਾਵ ਨਹੀਂ ਆ ਗਿਆ, ਉਦੋਂ ਅੰਦਰ ਤੂੰ ਹੀ ਤੂੰ ਹੈ, ਫਿਰ ਮੈਂ ਤਾਂ ਹੈ ਹੀ ਨਹੀਂ ਉੱਥੇ। ਤਬ ਤੂੰ ਹੀ ਮੈਂ ਨਹੀਂ, ਫਿਰ ਦੋ ਗੱਲ ਬਣ ਗਈ ਨਾ। ਆਪ ਤਿਆਗ, ਆਪਣੇ ਆਪ ਨੂੰ ਤਿਆਗ ਦੇ। ਸ਼ਰਨ ਗੁਰਦੇਵ, ਸੱਚੇ ਪਾਤਸ਼ਾਹ ਜੀ ਨੇ ਆਖਿਆ ਗੁਰਦੇਵ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾ। ਆਪਣੇ ਆਪ ਨੂੰ ਤਿਆਗ, ਗੁਰੂ ਦੀ ਸ਼ਰਨ ਵਿੱਚ ਪੈ, ਫਿਰ ਕੀ ਹੋਏਗਾ? ਇਉਂ ਰਤਨ ਜਨਮ ਕਾ ਹੋਏ ਉਧਾਰ। ਇਹ ਜਿਹੜਾ ਜਨਮ ਹੈ ਨਾ ਤੇਰਾ, ਇਹ ਰਤਨ ਜਨਮ ਹੈ। ਰਤਨ ਜਨਮ ਬੜਾ ਕੀਮਤੀ, ਬੜਾ ਮੁੱਲ ਵਾਲਾ, ਜਿਹੜਾ ਵੈਸੇ ਮੈਂ ਇਹ ਕਹਾਂ ਤੇ ਇਹਦਾ ਕੋਈ ਮੁੱਲ ਹੀ ਨਹੀਂ ਹੈ ਇਸ ਜੀਵਨ ਦਾ। ਇਹ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਿਲਦਾ ਹੈ। 84 ਲੱਖ ਜੂਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। 84 ਲੱਖ ਜੂਨ ਗੁਰੂ ਸਾਹਿਬ ਨੇ ਆਖਿਆ, ਤੇ 84 ਲੱਖ ਵਿੱਚੋਂ ਵਡਿਆਈ ਜੇ ਮਿਲੀਏ ਤੇ ਉਹ ਸਿਰਫ ਮਨੁੱਖ ਨੂੰ ਮਿਲੀਏ। ਮਾਨਸ ਕੋ ਪ੍ਰਭ ਦੀ ਵਡਿਆਈ। ਪਰ ਇਹ ਵੀ ਸਮਝਾ ਦਿੱਤਾ, ਇਸ ਪੌੜੀ ਤੇ ਜੋ ਨਰ ਚੁੱਕੈ, ਜਿਹੜਾ ਇਸ ਪੌੜੀ ਤੇ ਚੁੱਕ ਗਿਆ ਨਾ, ਆਏ ਜਾਏ ਦੁੱਖ ਪਾਏ, ਤਾਂ ਫਿਰ ਆਹ ਹਾਲਤ ਉਹਦੀ ਜਿਹੜੀ ਹੁੰਦੀ ਆਉਂਦਾ ਜਾਂਦਾ। ਪਰ ਇਉਂ ਇਹ ਜਨਮ ਸੱਚਮੁੱਚ ਰਤਨ ਹੈ, ਬੇਸ਼ਕੀਮਤੀ ਹੈ, ਜਿਹਦਾ ਕੋਈ ਮੁੱਲ ਨਹੀਂ ਹੈ। ਗੁਰੂ ਸਾਹਿਬ ਨੇ ਆਖਿਆ ਇਉਂ ਰਤਨ ਜਨਮ ਕਾ ਹੋਏ ਉਧਾਰ। ਇਸ ਤਰ੍ਹਾਂ ਤੇਰਾ ਰਤਨ ਜਨਮ ਜਿਹੜਾ ਕੀਮਤੀ ਬੜਾ ਜਨਮ ਹੈ ਨਾ, ਇਹਦਾ ਉਧਾਰ ਹੋ ਜਾਏਗਾ, ਜਾਂ ਕਵਾਂ ਸਫਲ ਹੋ ਜਾਏਗਾ ਜੀਵਨ। ਜਿਸ ਕੰਮ ਵਾਸਤੇ ਆਇਆ ਨਾ ਉਹ ਕੰਮ ਹੋ ਜਾਏਗਾ, ਸਫਲ ਹੋਏਗਾ, ਪਰਮਾਤਮਾ ਦਾ ਮਿਲਾਪ। ਇਉਂ ਰਤਨ ਜਨਮ ਕਾ ਹੋਏ ਉਧਾਰ। ਕਹਿੰਦੇ ਹਰ ਹਰ ਸਿਮਰ ਪ੍ਰਾਣ ਆਧਾਰ। ਪ੍ਰਾਣ ਆਧਾਰ, ਪ੍ਰਾਣਾਂ ਦਾ ਆਧਾਰ, ਪ੍ਰਾਣਾਂ ਦਾ ਆਸਰਾ। ਪ੍ਰਾਣ ਆਧਾਰ ਧਿਆਨ ਨਾਲ ਸੁਣੋ, ਵੇਖੋ ਇਹ ਪ੍ਰਮਾਤਮਾ ਦਾ ਇੱਕ ਨਾਮ ਇਹ ਵੀ ਹੈ, ਲਿਖਾਏ ਕਿ ਉਹਨੂੰ ਪ੍ਰਾਣ ਆਧਾਰ, ਜਿਹੜਾ ਪ੍ਰਾਣਾਂ ਦਾ ਆਧਾਰ ਹੈ ਪ੍ਰਮਾਤਮਾ। ਹਰ ਹਰ ਸਿਮਰ, ਉਸ ਪਰਮਾਤਮਾ ਨੂੰ ਸਿਮਰ, ਉਸ ਪਰਮਾਤਮਾ ਨੂੰ ਜਪ, ਉਸ ਪਰਮਾਤਮਾ ਦੀ ਬੰਦਗੀ ਕਰ, ਕਿਸ ਪਰਮਾਤਮਾ ਦੀ ਜਿਹੜਾ ਪ੍ਰਾਣ ਆਧਾਰ ਹੈ, ਪ੍ਰਾਣਾਂ ਦਾ ਆਧਾਰ, ਪ੍ਰਾਣਾਂ ਦਾ ਆਸਰਾ। ਪ੍ਰਾਣ ਸਾਡੇ ਜਿਹੜੇ ਪ੍ਰਾਣ ਦੇ ਜਿੰਦ ਹੈ, ਜਾਨ ਹੈ, ਉਹਦਾ ਆਧਾਰ ਹੈ। ਫਿਰ ਆਖਿਆ ਅਨਿਕ ਉਪਾਵ ਨ ਛੂਟਨ ਹਾਰੇ। ਜਿੰਨਾ ਮਰਜੀ ਯਤਨ ਕਰ ਲੈ, ਅਨੇਕ ਉਪਾਵ ਕਰ ਲੈ, ਅਨੇਕਾਂ ਯਤਨ ਕਰ ਲੈ, ਅਨੇਕਾਂ ਹੀਲੇ ਵਰਤ ਲੈ, ਜਿੰਨਾ ਮਰਜੀ ਜ਼ੋਰ ਲਾ ਲੈ, ਨਾ ਛੂਟਣ ਹਾਰੇ। ਕਹਿੰਦੇ ਤੂੰ ਆਵਾਗਮਨ ਤੋਂ ਬਚ ਨਹੀਂ ਸਕਦਾ, ਛੁਟਕਾਰਾ ਨਹੀਂ ਹੋ ਸਕਦਾ ਤੇਰਾ। ਅਨੇਕ ਉਪਾਵ ਨਾ ਛੂਟਣ ਹਾਰੇ, ਜਿੰਨਾ ਮਰਜੀ ਉਪਾਅ ਕਰ ਲੈ ਕਿ ਮੇਰਾ ਛੁਟਕਾਰਾ ਹੋ ਜਾਏਗਾ, ਮੈਂ ਬਚ ਜਾਵਾਂਗਾ, ਕਹਿੰਦੇ ਗੱਲ ਨਹੀਂ ਬਣਦੀ, ਛੁਟਕਾਰਾ ਨਹੀਂ ਹੋਣਾ। ਅਨੇਕ ਉਪਾਵ, ਅਨੇਕਾਂ ਉਪਾਵ ਵੀ ਨਾ ਛੂਟਣ ਹਾਰਿਆ, ਤੈਨੂੰ ਛਡਾਉਣਗੇ ਨਹੀਂ, ਤੈਨੂੰ ਬਚਾਉਣਗੇ ਨਹੀਂ, ਤੇਰਾ ਛੁਟਕਾਰਾ ਨਹੀਂ ਕਰਨਗੇ। ਫਿਰ ਆਖਿਆ ਸਿਮਰਿਤ ਸਾਸਤ ਵੇਦ ਵਿਚਾਰੈ। ਜਿੰਨੀਆਂ ਮਰਜ਼ੀ ਸਿਮਰਤੀਆਂ ਪੜ੍ਹ ਲੈ। ਵੇਖੋ ਇਹ ਧਿਆਨ ਨਾਲ ਇਸ ਸ਼ਬਦ ਨੂੰ ਵੇਖਿਓ, ਜ਼ੂਮ ਕਰੋ ਮਾੜਾ ਜਿਹਾ, ਇਸ ਸ਼ਬਦ ਨੂੰ ਧਿਆਨ ਨਾਲ ਵੇਖੋ। ਇਹ ਸ਼ਬਦ ਹੈ ਸਿਮਰਿਤ, ਇਹਨੂੰ ਸਿਮਰਿਤ ਪੜ੍ਹਨਾ ਹੈ। ਸੱਸੇ ਨੂੰ ਸਿਹਾਰੀ ਉੱਤੇ ਟਿੱਪੀ, ਮੰਮੇ ਨੂੰ ਸਿਹਾਰੀ ਪੈਰ ਚਰਾਰਾ, ਤੇ ਤੱਤੇ ਨੂੰ ਵੀ ਸਿਹਾਰੀ ਹੈ। ਸਿਮਰਿਤ, ਇਹ ਸ਼ਬਦ ਇਸੇ ਤਰ੍ਹਾਂ ਹੀ ਤੁਹਾਨੂੰ ਮਿਲੇਗਾ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਉੱਥੇ ਵੀ ਸਿਮਰਿਤ ਹੈ। ਸਿਮਰਤੀਆਂ ਦੇ ਵਾਸਤੇ ਹੈ, ਸ਼ਾਸਤਰਾਂ ਦੇ ਵਾਸਤੇ ਹੈ, ਵੇਦ ਜਿਹੜੇ 4 ਵੇਦ ਹਨ ਉਹਨਾਂ ਬਾਰੇ। ਕਹਿੰਦੇ ਅਨਿਕ ਉਪਾਵ ਨ ਛੂਟਨ ਹਾਰੇ, ਸਿਮਰਿਤ ਸਾਸਤ ਵੇਦ ਵਿਚਾਰੇ। ਭਾਵੇਂ ਸਿਮਰਤੀਆਂ ਵਿਚਾਰ ਲੈ, ਭਾਵੇਂ ਸ਼ਾਸਤਰ ਵਿਚਾਰ ਲੈ, ਭਾਵੇਂ ਵੇਦ ਵਿਚਾਰ ਲੈ, ਇਹ ਗੱਲ ਸਮਝ ਲੈ ਵੀ ਆਉਣ ਜਾਣ ਤੇਰਾ ਛੁਟਕਾਰਾ ਨਹੀਂ ਹੋਣਾ। ਨਾ ਛੂਟਣ ਹਾਰਿਆ ਜਿਹੜਾ ਇਹਦੇ ਨਾਲ ਚੱਲੇਗਾ। ਵੇਖੋ ਹੁਣ ਦੋਵੇਂ ਪੰਕਤੀਆਂ ਫਿਰ ਧਿਆਨ ਨਾਲ ਵੇਖੋ, ਜ਼ੂਮ ਕਰਕੇ, ਸਿਰਫ ਦੋਨੋਂ ਪੰਕਤੀਆਂ। ਅਨਿਕ ਉਪਾਵ ਉਹ ਕਿਹੜੇ ਕਿਹੜੇ ਨੇ? ਸਿਮਰਿਤ, ਸ਼ਾਸਤ, ਵੇਦਾਂ ਨੂੰ ਵਿਚਾਰਨਾ। ਅਨਿਕ ਉਪਾਵ ਕਿਹੜੇ ਨੇ? ਸਿਮਰਤੀਆਂ ਪੜ੍ਹਨੀਆਂ, ਸ਼ਾਸਤਰ ਪੜ੍ਹਨੇ, ਵੇਦ ਪੜ੍ਹ ਕੇ ਵਿਚਾਰਨਾ। ਗੁਰੂ ਸਾਹਿਬ ਨੇ ਆਖਿਆ ਨਾ ਛੂਟਣ ਹਾਰੇ, ਇਹਨਾਂ ਨਾਲ ਤੇਰਾ ਛੁਟਕਾਰਾ ਜਿਹੜਾ ਉਹ ਨਹੀਂ ਹੋਣਾ। ਜਿੰਨਾ ਮਰਜੀ ਯਤਨ ਕਰ ਲੈ, ਜਿੰਨਾ ਮਰਜੀ ਕਹਿੰਦੇ ਜ਼ੋਰ ਲਾ ਲੈ। ਫਿਰ ਕੀ ਹੋਏਗਾ? ਕਿਵੇਂ ਛੁਟਕਾਰਾ ਹੋਏਗਾ? ਕਹਿੰਦੇ ਹਰ ਕੀ ਭਗਤ ਕਰੋ ਮਨ ਲਾਏ।
गुरु साहब ने आख्या मन ला के ना, मन जोड़ के, मन नूं इकागर करके हर की भगत करो। वाहिगुरु कहंदे उस परमात्मा की भगती कर, पर करनी मन ला के है। ਵਿਖਾਉਣ ਵਾਸਤੇ नहीं, लोगों को ਵਿਖਾਉਣ ਲਈ कि मैं भगत हाँ, मैं भगती कर रहा, मैं बंदगी कर रहा। गुरु साहब ने कहा नहीं, मन ला के कर। भगती सिर्फ अपने लिए कर, उस परमात्मा को खुश करने लिए। फिर की होएगा, मन बंछत नानक फल पाए। गुरु साहब ने आख्या फिर मन बंछत, मन इच्छत, जिन्हां दी मन नूं तांग है, कहंदे वो सारे फल जिहड़े ने वो तैनूं मिल जाणगे, सारे फल तेरे प्राप्त हो जाणगे। पर किवें? ਜਦੋਂ परमात्मा ਦੀ ਤੇਰੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਗੁਰੂ ਸਾਹਿਬ ਨੇ ਆਖਿਆ ਉਹ ਸੰਪੂਰਨ ਹੋ ਜਾਣਗੀਆਂ, ਤੈਨੂੰ परमात्मा ਦੀ ਪ੍ਰਾਪਤੀ ਹੋਏਗੀ। हर एक चीज़ जिहड़ी वो तैनूं मिलेगी। पर मिलेगी किवें? सच्चे पातशाह जी ने आख्या हर की भगत करो मन लाए भाई। जे मन ला के, जे चित्त ला के उस परमात्मा की भगती करेगा, चित्त ला के उस परमात्मा की बंदगी करेगा, उस वाहिगुरू उस परमात्मा के नाम नूं सिमरेगा, तां जाके कहंदे मन बंछत नानक फल पाए। कि मन बंछत ਜਿਹੜੇ फल ने ना वो ਤੈਨੂੰ फिर मिलणगे, उस तो बिना नहीं मिलते। हुण फिर मैं स्क्रीन दोबारा पिछे लैके गया। देखो जो श्लोक विच ਉਹੀ गुरु साहब ने अष्टपदी विच सानू समझाया कि साथ ना चालै बिन भजन, कि परमात्मा ਦੇ नाम परमात्मा ਦੇ भजन तो बिना कुछ भी जो है वो तेरे नाल नहीं जाना। बाकी जो कुछ भी है ना, गुरु साहब ने आख्या वो विखिया है, वो सचमुच ही विखिया है। क्योंकि साहब सच्चे बादशाह ने आख्या वो सब कुछ सवाह बन जाना, वो कुछ भी जिहड़ा है वो तेरे नाल नहीं जाएगा, कुछ भी तेरे नाल जिहड़ा है वो नहीं रहेगा। सब कुछ जो है वो इत्थे ही रह जाना है, किसी चीज़ ने भी तेरे नाल जिहड़ा है वो नहीं जाना। साहब सच्चे पातशाह ने जिहड़े अज बोल कहे ने ना, उन्हां नूं समझियो। ते परमात्मा के नाम तो बिना गुरु साहब ने आख्या भाई कुछ नहीं, उन्होंने जप वार वार जप, एक दो वार नहीं हर वार जप, जिन्ना को तेरे को जपिया जाता है परमात्मा नूं जप, उसकी बंदगी कर। सो चार पदे जिहड़े ने इस 19वीं अष्टपदी के पहले हो गए हैं। बाकी अगले जिहड़े चार हैं वो आपां कल नूं विचारांगे। ते आप जी के माइक जिहड़े ने वो अनम्यूट कर दिते गए ने। जे किसी का भी कोई सवाल है अज दे इहदे परथाए ते आप जी सवाल जिहड़ा है वो पुछ सकते हो जी। हाँ जी वाहिगुरू जी। हाँ जी वाहिगुरू जी। किसी का कोई सवाल है तो आप जी पूछ सकते हो जी। अपना माइक आप जी ऑन कर लो तो तुहाडी आवाज़ साडे कोल आ जाएगी। हाँ जी ठीक है जी। गुरु साहब रहमत करन, किरपा करन। इसे तरह ही आप जी ने जुड़ना है नाल, ते कोशिश करिया करो कि होर भी जिन्ने भी नाल जुड़ सकन। इस समा इहो जिहा दोबारा नहीं इहो जिहा समा मिलना, ते कोशिश करो। दूसरा मैं एक बेनती करा कि गुरुद्वारा सिंह सभा शाणी विखे भी जो गुरु तेग बहादुर साहब जी का 400 साला शताब्दी प्रकाश पुरब आ रहा है, ਉਹਦੇ ਸੰਬੰਧ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹਦੀ ਵਿਚਾਰ ਦੀ ਆਰੰਭਤਾ ਅੱਜ ਹੋ ਚੁੱਕੀ ਹੈ। ਸਮਾਂ ਸਵੇਰੇ 9 ਤੋਂ 9:30 ਵਜੇ ਹੈ ਤੇ ਆਪ ਜੀ ਨੇ ਹਾਜ਼ਰੀ ਇੱਥੇ ਵੀ ਭਰਨੀ। ਦੂਸਰਾ ਉਹ ਫੇਸਬੁੱਕ ਜੋ ਗੁਰਦੁਆਰਾ ਸਾਹਿਬ ਦਾ ਪੇਜ ਹੈ ਉਹਦੇ ਤੇ ਵੀ ਲਾਈਵ ਹੋਏਗਾ, ਗਰੁੱਪਸ ਵਿੱਚ ਸ਼ੇਅਰ ਵੀ ਕੀਤਾ ਜਾਏਗਾ। ਦੂਸਰਾ ਉਹ ਲਾਈਵ ਸਟ੍ਰੀਮ ਨੂੰ ਹੀ, ਤੇ ਉਪਰੰਤ ਗੁਰਦੁਆਰਾ ਸਾਹਿਬ ਦਾ ਜਿਹੜਾ YouTube ਦਾ ਪੇਜ ਹੈ ਉਹਦੇ ਉੱਪਰ ਵੀ ਉਸ ਵੀਡੀਓ ਜਿਹੜੀ ਹੈ ਉਹ ਬਾਅਦ ਵਿੱਚ ਅਪਲੋਡ ਕਰ ਦਿੱਤੀ ਜਾਏਗੀ। ਤੇ ਆਪ ਜੀ ਨੇ ਇੱਕ ਤੇ ਉਹ ਬੇਨਤੀ ਪ੍ਰਵਾਨ। ਦੂਸਰਾ ਕੋਸ਼ਿਸ਼ ਕਰੋ ਵੱਧ ਤੋਂ ਵੱਧ ਹੋਰ ਹਾਜ਼ਰੀਆਂ ਭਰਨ ਦੀ, ਨਾਲ ਸੰਗਤ ਨੂੰ ਜੋੜਨ ਦੀ, ਇਹ ਲਾਹਾ ਆਪਾਂ ਲੈ ਸਕੀਏ। ਸੋ ਅੱਜ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਜੋ ਹੈ ਉਹ ਪ੍ਰਵਾਨ ਕਰ ਲੈਣੀਆਂ। ਸੋ ਅਖੀਰ ਤੇ ਕਰੋ ਗੁਰੂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।